ਵੈਲਕਮ ਸਟੂਡੈਂਟਸ। ਟੀਚਿੰਗ ਲਰਨਿੰਗ ਪ੍ਰੋਸੈਸ ਜਿਹੜਾ ਤੁਹਾਡਾ ਬੀਐਡ ਭਾਗ ਪਹਿਲਾ ਦਾ ਕੰਪਲਸਰੀ ਪੇਪਰ ਆ, ਇਸ ਦਾ ਅਸੀਂ ਟੌਪਿਕ ਕਰਾਂਗੇ ਥਿਊਰੀ ਆ ਜਿਹੜੀ ਕੰਸਟਰਕਟਿਵਿਜ਼ਮ, ਰਚਨਾਤਮਕਵਾਦ। ਤੁਹਾਡੇ ਸਿਲੇਬਸ ਦੇ ਵਿੱਚ 3 ਥਿਊਰੀਆਂ ਦਿੱਤੀਆਂ ਹੋਈਆਂ ਨੇ, ਬਿਹੇਵੀਅਰਿਜ਼ਮ, ਕੋਗਨੀਟਿਵਿਜ਼ਮ ਤੇ ਕੰਸਟਰਕਟਿਵਿਜ਼ਮ। ਤਾਂ ਇਹ 2 ਥਿਊਰੀਆਂ ਅਸੀਂ ਕਰ ਚੁੱਕੇ, ਅਸੀਂ ਤੀਸਰੀ ਕਰ ਰਹੇ ਹਾਂ। ਪੰਜਾਬੀ ਤੇ ਇੰਗਲਿਸ਼ ਮੀਡੀਅਮ ਦੋਨਾਂ ਦੇ ਵਿੱਚ ਕੰਬਾਈਨ ਕਰਕੇ ਕਰਵਾਈ ਜਾ ਰਹੀ ਹੈ। ਤੁਹਾਨੂੰ ਦੋਨਾਂ ਮੀਡੀਅਮ ਦੇ ਸਟੂਡੈਂਟ ਨੇ ਜਿਹੜੇ ਉਹ ਫਾਇਦਾ ਉਠਾ ਸਕਦੇ ਨੇ। ਤਾਂ ਅਸੀਂ ਸ਼ੁਰੂ ਕਰਾਂਗੇ ਰਚਨਾਤਮਕਵਾਦ। ਰਚਨਾਤਮਕਵਾਦ ਕੀ ਹੈ? ਜਿਹੜਾ ਪਿਆਜੇ ਨੇ ਗਿਆਨਾਤਮਕ ਵਿਕਾਸ ਦਾ ਸਿਧਾਂਤ ਦਿੱਤਾ ਸੀਗਾ, ਉਹਦੇ ਵਿੱਚ ਇੱਕ ਧਾਰਨਾ ਹੈ ਰਚਨਾਤਮਕਵਾਦ, ਕਨਸੈਪਟ ਆ ਇੱਕ। ਇਹਦੇ ਵਿੱਚ ਕੀ ਆ? ਮਾਨਵੀ ਮਨ ਦੇ ਗਿਆਨਾਤਮਕ ਅੰਸ਼ ਦੀ ਸੰਰਚਨਾ, ਕਿਰਿਆ ਵਿਧੀਆਂ ਤੇ ਵਿਕਾਸ ਨੂੰ ਸਮਝਣ ਲਈ ਇੱਕ ਢੁਕਵੇਂ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕੀਤੀ ਗਈ ਸੀ, ਜਿਹਦੇ ਅਨੁਸਾਰ ਬੱਚੇ ਅਜਿਹੇ ਕਿਰਿਆਸ਼ੀਲ ਚਿੰਤਕ ਹੁੰਦੇ ਨੇ, ਐਕਟਿਵ ਲਰਨਰ ਹੁੰਦੇ ਨੇ ਬੱਚੇ, ਜਿਹੜੇ ਆਪਣੀ ਨੇੜੇ ਤੇੜੇ ਦੀ ਦੁਨੀਆ ਦੀ ਸਹੀ ਤੇ ਪੱਕੀ ਸਮਝ ਦਾ ਨਿਰਮਾਣ ਕਰਨ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਨੇ। ਅਸੀਂ ਦੇਖਦੇ ਹਾਂ ਕਿ ਬੱਚੇ ਨੇ ਜਿਹੜੇ ਉਹ ਨਵੀਂ ਚੀਜ਼ ਆ ਜਿਹੜੀ ਉਹ ਜਲਦੀ ਸਿੱਖ ਜਾਂਦੇ ਨੇ ਅਕੋਰਡਿੰਗ ਟੂ ਅਡਲਟਸ। ਤਾਂ ਅਡਲਟਸ ਦੇ ਅਕੋਰਡਿੰਗਲੀ ਬੱਚੇ ਛੇਤੀ ਸਿੱਖਦੇ ਨੇ। ਤਾਂ ਬੱਚੇ ਕੀ ਹੁੰਦੇ ਨੇ? ਰਚਨਾਤਮਕ ਹੁੰਦੇ ਨੇ। ਤਾਂ ਇਹ ਥਿਊਰੀ ਹੈ ਜਿਹੜੀ, ਇਹ ਬੱਚੇ ਦਾ ਜਿਹੜਾ ਗਿਆਨਾਤਮਕ ਅੰਸ਼ ਆ, ਉਸ ਦੀ ਸੰਰਚਨਾ, ਉਸ ਦੀਆਂ ਕਿਰਿਆ ਵਿਧੀਆਂ ਤੇ ਉਸ ਦਾ ਵਿਕਾਸ ਕਿਵੇਂ ਹੁੰਦਾ ਏ, ਇਹ ਸਾਰੀ ਚੀਜ਼ ਸਮਝਣ ਲਈ ਤਿਆਰ ਕੀਤੀ ਗਈ ਆ। ਦੂਜੇ ਸ਼ਬਦਾਂ 'ਚ ਅਸੀਂ ਦੇਖੀਏ ਤਾਂ ਬੱਚਾ ਜਿਹੜਾ ਸੰਸਾਰ ਦੇ ਬਾਰੇ ਆਪਣੀ ਸਮਝ ਤੇ ਗਿਆਨ ਨੂੰ ਇਸ ਦੇ ਨਾਲ ਅੰਤਰ ਕਿਰਿਆ ਕਰਕੇ ਪ੍ਰਾਪਤ ਕਰਦੇ ਹਨ। ਇੰਟਰੈਕਸ਼ਨਸ ਕਰਦੇ ਰਹਿੰਦੇ ਨੇ ਬੱਚੇ, ਤਾਂ ਇਹਦੇ ਨਾਲ ਹੀ ਉਹ ਆਪਣੇ ਸੰਸਾਰ ਬਾਰੇ ਸਮਝ ਤੇ ਗਿਆਨ ਜਿਹੜਾ ਇਹ ਹਾਸਿਲ ਕਰਦੇ ਨੇ। ਬੱਚਾ ਅਜਿਹੇ ਗਿਆਨ ਦਾ ਨਿਰਮਾਣ ਕਿਵੇਂ ਕਰਦਾ ਹੈ? ਉਹ ਕਿਹੜੀ ਸ਼ਕਤੀ ਹੈ ਜਿਹੜੀ ਸਾਨੂੰ ਵਿਕਾਸ ਦੇ ਵੱਖ-ਵੱਖ ਪੱਧਰਾਂ 'ਤੇ ਸਾਨੂੰ ਕਿਰਿਆਸ਼ੀਲ ਰੱਖਦੀ ਆ? ਇਸ ਵਿੱਚ ਪਹਿਲੀ ਜਿਹੜੀ ਹੈਗੀ ਆ ਉਹ ਤਾਂ ਹੈਗੀ ਅਡੈਪਸ਼ਨ ਦੀ ਪ੍ਰਕਿਰਿਆ, ਅਨੁਕੂਲਣ ਦੀ ਪ੍ਰਕਿਰਿਆ, ਜਿਹੜੀ ਬਾਹਰਲੇ ਜਗਤ ਨਾਲ ਅੰਤਰ ਕਿਰਿਆ ਕਰਕੇ ਹੁੰਦੀ ਆ। ਇਸ ਤੋਂ ਬਾਅਦ ਮਾਨਸਿਕ ਰੂਪਰੇਖਾ ਦੇ ਗਿਆਨਾਤਮਕ ਸੰਰਚਨਾ ਵਿੱਚ ਸਿਰਫ ਉਹ ਗਿਆਨਾਤਮਕ ਯੋਗਤਾਵਾਂ ਤੇ ਸੰਭਵ ਸ਼ਕਤੀਆਂ ਸ਼ਾਮਲ ਹੁੰਦੀਆਂ ਨੇ ਜਿਹੜੀਆਂ ਕੋਈ ਕੰਮ ਕਰਨ ਵਿੱਚ ਸਹਾਇਤਾ ਕਰਦੀਆਂ ਨੇ, ਇੱਕ ਬਾਹਰੀ ਵਾਤਾਵਰਨ ਤੇ ਇੱਕ ਅੰਦਰੂਨੀ। ਤਾਂ ਇਹ ਦੋਨੇ ਚੀਜ਼ਾਂ ਨੇ ਇਹਦੇ ਵਿੱਚ। ਅੱਜ ਅਸੀਂ ਇਹੀ ਟੌਪਿਕ ਕਰ ਰਹੇ ਹਾਂ। ਕੰਸਟਰਕਟਿਵਿਜ਼ਮ ਇੱਕ ਅਜਿਹੀ ਥਿਊਰੀ ਆ ਜਿਹਦੀਆਂ ਜੜ੍ਹਾਂ ਨੇ ਜਿਹੜੀਆਂ ਫਿਲਾਸਫੀ ਤੇ ਸਾਈਕੋਲੋਜੀ ਦੇ ਵਿੱਚ ਨੇ। The essential core of constructivism is the learner actively construct their own knowledge and meaning from their experience। ਆਪਣਾ ਅਨੁਭਵ ਦੇ ਰਾਹੀਂ ਆਪਣਾ ਗਿਆਨ ਆਪ ਹਾਸਿਲ ਕਰਦੇ ਨੇ ਜਿਹੜੇ ਲਰਨਰ। ਉਹ ਇਸ ਥਿਊਰੀ ਦੇ ਵਿੱਚ ਆਉਂਦੇ ਨੇ, ਇਸ ਸਿਧਾਂਤ ਦੇ ਵਿੱਚ ਆਉਂਦੇ ਨੇ। ਲਰਨਰਸ ਆਰ ਕੰਸੀਡਰਡ ਟੂ ਬੀ ਐਕਟਿਵ ਆਰਗੇਨਿਜ਼ਮਸ ਸੀਕਿੰਗ ਮੀਨਿੰਗ। ਇਸ ਤਰ੍ਹਾਂ ਦੇ ਜਿਹੜੇ ਐਕਟਿਵ ਆਰਗੇਨਿਜ਼ਮ ਨੇ, ਸਿੱਖਿਆਰਥੀ ਜਿਹੜੇ ਹੁੰਦੇ ਨੇ, ਇਸ ਤਰ੍ਹਾਂ ਦੇ ਜਿਹੜੇ ਚੇਤਨਾ ਪ੍ਰਾਪਤ ਜੀਵ ਕਹਿ ਸਕਦੇ ਹੋ ਤੁਸੀਂ, ਹੁੰਦੇ ਨੇ ਜਿਹੜੇ ਮੀਨਿੰਗ ਕੱਢਦੇ ਰਹਿੰਦੇ ਨੇ, ਹਰੇਕ ਗੱਲ ਦਾ ਅਰਥ ਨੇ ਜਿਹੜੇ ਉਹ ਕੱਢਦੇ ਰਹਿੰਦੇ ਨੇ। ਕੰਸਟਰਕਟਿਵਿਜ਼ਮ ਇਜ਼ ਫਾਊਂਡ ਔਨ ਦਾ premise that reflecting on our experiences we construct on understanding on the world consciously we live in। ਤਾਂ ਉਹ ਦੁਨੀਆ ਜਿਹਦੇ ਵਿੱਚ ਅਸੀਂ ਰਹਿੰਦੇ ਹਾਂ, ਜਦੋਂ ਅਸੀਂ ਉਸ ਨੂੰ ਕੌਨਸ਼ੀਅਸਨੈਸ ਨਾਲ ਅਸੀਂ ਸੁਚੇਤ ਹੋ ਕੇ ਅੰਡਰਸਟੈਂਡ ਕਰਦੇ ਹਾਂ, ਤਜਰਬਿਆਂ ਤੋਂ ਅਸੀਂ ਸਿੱਖਦੇ ਹਾਂ ਜਿਹੜੇ ਸਾਡੀ ਡੇਲੀ ਲਾਈਫ ਨੂੰ ਰਿਫਲੈਕਟ ਕਰਦੇ ਨੇ, ਉਹ ਸਾਰੀ ਚੀਜ਼ ਕੀ ਆ? ਕੰਸਟਰਕਟਿਵਿਜ਼ਮ ਦਾ ਹਿੱਸਾ ਹੈ।
ਇਹਦੇ ਵਿੱਚੋਂ ਹੀ ਇਹ ਜਿਹੜੀ ਥਿਊਰੀ ਆ ਉਹ ਨਿਕਲੀ ਆ, ਜਾਂ ਇਹ ਕਹਿ ਲਓ ਕਿ ਇਹੀ ਥਿਊਰੀ ਦਾ ਜਿਹੜਾ ਹੈ ਉਹ ਸਬਜੈਕਟ ਮੈਟਰ ਆ। ਈਚ ਆਫ ਅਸ ਜਨਰੇਟਸ ਆਰ ਓਨ ਰੂਲਸ ਐਂਡ ਮੈਂਟਲ ਮੋਡਲਸ which we use to make sense of our experience learning experience। ਤਾਂ ਜਿਹੜਾ ਅਸੀਂ ਆਪਣੇ ਸਿਧਾਂਤ ਜਾਂ ਆਪਣਾ ਇੱਕ ਮਾਡਲ ਤਿਆਰ ਕਰ ਲੈਂਦੇ ਐਕਸਪੀਰੀਅੰਸ ਲੈ ਕੇ, ਤਾਂ ਉਹ ਅਸੀਂ ਜਦੋਂ ਲਾਈਫ ਦੇ ਵਿੱਚ ਯੂਜ਼ ਕਰਦੇ ਹਾਂ। ਇਸ ਤਰ੍ਹਾਂ ਨਾਲ ਸਿੱਖਿਆ ਜਿਹੜੀ ਆ ਉਹ ਸਿੰਪਲੀ the process of adjusting our mental models to accommodate new experiences। ਤਾਂ ਲਰਨਿੰਗ ਕੀ ਆ, ਜਿਹੜੇ ਅਸੀਂ ਮਾਡਲ ਬਣਾ ਲੈਂਦੇ ਆ ਆਪਣੇ ਐਕਸਪੀਰੀਅੰਸ ਰਾਹੀਂ, ਤਜਰਬਿਆਂ ਰਾਹੀਂ ਅਸੀਂ ਕੋਈ ਵੀ ਚੀਜ਼ ਸਿੱਖ ਲੈਂਦੇ ਆ, ਉਸ 'ਤੇ ਅਸੀਂ ਰੂਲ ਬਣਾ ਲੈਂਦੇ ਆ ਆਪਣੇ ਅਕੋਰਡਿੰਗਲੀ ਅਸੀਂ ਉਸ ਨੂੰ ਸੋਚਣਾ ਸ਼ੁਰੂ ਕਰ ਦਿੰਦੇ ਆ। ਤਾਂ ਲਰਨਿੰਗ ਇੱਥੇ ਕੀ ਆ, ਸਿਰਫ ਉਹ ਪ੍ਰੋਸੈਸ ਆ ਜਿਹੜੀ ਸਾਡੇ ਰੂਲਸ ਮੁਤਾਬਕ, ਸਾਡੇ ਮੈਂਟਲ ਮੋਡਲਸ ਦੇ ਮੁਤਾਬਕ ਸਾਨੂੰ ਜਿਹੜਾ ਇਸ ਸੁਸਾਇਟੀ ਦੇ ਵਿੱਚ ਐਡਜਸਟ ਕਰਨਾ ਸਿਖਾਉਂਦੀ ਹੈ। ਅੱਗੇ ਦੀਆਂ ਡੈਫੀਨੇਸ਼ਨਸ ਨੇ, 3-4 ਡੈਫੀਨੇਸ਼ਨਸ ਤੁਹਾਨੂੰ ਦਿੱਤੀਆਂ ਹੋਈਆਂ ਨੇ, ਤੁਸੀਂ ਕੋਈ ਵੀ ਡੈਫੀਨੇਸ਼ਨ ਫੋਲੋ ਕਰ ਸਕਦੇ ਹੋ। ਬਰੁਕ ਐਂਡ ਬਰੁਕ ਦੀ ਡੈਫੀਨੇਸ਼ਨ ਆ, ਕੰਸਟਰਕਟਿਵਿਜ਼ਮ is a philosophy of learning found on the premise that by reflecting on our experiences we construct our own understanding of the world we live in। ਸਾਡੇ ਤਜਰਬੇ ਸਾਡੇ ਵਿੱਚੋਂ ਝਾਕਦੇ ਨੇ, ਸਾਡੇ ਅੰਦਰੋਂ ਦਿਖਾਈ ਦਿੰਦੇ ਨੇ। ਜਦੋਂ ਅਸੀਂ ਦੁਨੀਆ ਦੇ ਨਾਲ ਇੰਟਰੈਕਸ਼ਨ ਕਰਦੇ ਹਾਂ, ਵਰਲਡ ਦੇ ਵਿੱਚ ਅਸੀਂ ਜਿਹੜੇ ਵਿੱਚ ਰਹਿੰਦੇ ਹਾਂ, ਉੱਥੇ ਸਾਡੀ ਅੰਡਰਸਟੈਂਡਿੰਗ ਆ ਜਿਹੜੀ ਅਸੀਂ ਆਪਣੇ ਆਪ ਬਣਾਉਂਦੇ ਆ। ਤਾਂ ਇਹ ਸਾਰੀ ਚੀਜ਼ ਕੰਸਟਰਕਟਿਵਿਜ਼ਮ ਦੇ ਵਿੱਚ ਆਉਂਦੀ ਆ। ਇਹ ਇਸ ਤਰ੍ਹਾਂ ਦੀ ਫਿਲਾਸਫੀ ਆ ਇੱਕ, ਜਿਹਦੇ ਵਿੱਚ ਅਸੀਂ ਆਪਣੀ ਅੰਡਰਸਟੈਂਡਿੰਗ ਆਪਣੇ ਤਜਰਬਿਆਂ ਰਾਹੀਂ ਸਿੱਖ ਕੇ ਦੁਨੀਆ ਦੇ ਵਿੱਚ ਰਹਿੰਦੇ ਆ। ਅੱਗੇ ਵੀ ਡੈਫੀਨੇਸ਼ਨ ਦਿੱਤੀਆਂ ਹੋਈਆਂ ਨੇ ਤੁਹਾਨੂੰ, ਤੁਸੀਂ ਇਹ ਡੈਫੀਨੇਸ਼ਨਸ ਨੇ ਜਿਹੜੀਆਂ ਰੀਡ ਕਰਨੀਆਂ ਨੇ। ਜਿਹੜੀ ਮਰਜ਼ੀ 1-2 ਡੈਫੀਨੇਸ਼ਨਸ ਤੁਸੀਂ ਲਿਖ ਸਕਦੇ ਹੋ ਇਹਦੇ ਵਿੱਚ। Conclusion definitions ਦਾ ਦਿੱਤਾ ਹੋਇਆ, from the above definitions we conclude that constructivism focus on knowledge of construction, not on knowledge of reproduction। ਬਣਾਉਣਾ ਕਿਵੇਂ ਆ, ਰਚਨਾ ਕਿਵੇਂ ਕਰਨੀ ਆ, ਇਸ ਦੇ ਉੱਤੇ ਫੋਕਸ ਕਰਦਾ ਹੈ ਸਾਡਾ ਜਿਹੜਾ ਸਿਧਾਂਤ ਆ, ਨਾ ਕਿ ਜਿਹੜਾ ਰਿਪਰੋਡਕਸ਼ਨ ਦੇ ਸਿਧਾਂਤ ਨੌਲੇਜ ਦੇ ਉੱਤੇ ਕੰਮ ਕਰਦਾ ਹੈ। ਇਟ ਇਜ਼ ਅ ਬਿਲੀਫ ਦੈਟ ਵਨ ਕੰਸਟਰਕਟਸ ਨੌਲੇਜ ਫਰੋਮ ਵਨਸ ਐਕਸਪੀਰੀਅੰਸ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕੋਈ ਵੀ ਵਿਅਕਤੀ ਆਪਣਾ ਐਕਸਪੀਰੀਅੰਸ ਆ ਜਿਹੜਾ, ਆਪਣਾ ਨੌਲੇਜ ਆ ਜਿਹੜੀ, ਉਹ ਐਕਸਪੀਰੀਅੰਸ ਤੋਂ ਲੈਂਦਾ ਹੈ। ਲਰਨਿੰਗ ਇਜ਼ ਐਨ ਐਕਟਿਵ ਪ੍ਰੋਸੈਸ ਇਨ ਵਿਚ ਲਰਨਰਸ ਡਿਸਕਵਰ ਦੈਟ ਕੰਸਟਰਕਟ ਨਿਊ ਆਈਡੀਆਜ਼ ਬੇਸਡ ਔਨ ਦੇਅਰ ਕਰੰਟ ਪ੍ਰਿਓਰ ਨੌਲੇਜ। ਆਪਣੀ ਨੌਲੇਜ ਦੇ ਬੇਸ 'ਤੇ ਆਪਣੇ ਜਿਹੜੇ ਨਿਊ ਆਈਡੀਆਜ਼ ਬਣਾਉਂਦੇ ਨੇ ਲਰਨਰਸ। ਇਹ ਇਸ ਤਰ੍ਹਾਂ ਦੀ ਐਕਟਿਵ ਪ੍ਰੋਸੈਸ ਆ ਲਰਨਿੰਗ ਦੀ। ਤਾਂ ਇਹ ਸੀਗਾ ਕੰਸਟਰਕਟਿਵਿਜ਼ਮ। ਅੱਗੇ ਇਸ ਦੀਆਂ ਕਰੈਕਟਰਿਸਟਿਕਸ ਕਰਾਂਗੇ ਅਸੀਂ। ਐਕਟਿਵ ਲਰਨਿੰਗ ਇਜ਼ ਪ੍ਰੈਫਰੇਬਲ ਟੂ ਪੈਸਿਵ ਲਰਨਿੰਗ। ਇਹਦੇ ਵਿੱਚ ਨੰਬਰ 1 'ਤੇ ਕੀ ਆ, ਜਿਹੜੀ ਐਕਟਿਵ ਲਰਨਿੰਗ ਆ ਮੀਨਜ਼ ਅਸੀਂ ਚੇਤਨਾ ਦੇ ਵਿੱਚ ਰਹਿੰਦੇ ਹੋਏ ਸਿੱਖਦੇ ਆ, ਜਿਹੜਾ ਉਹ ਪੈਸਿਵ ਲਰਨਿੰਗ ਨਾਲੋਂ ਜ਼ਿਆਦਾ ਮਹੱਤਵਪੂਰਨ ਆ। ਇਸ ਸਿਧਾਂਤ ਦੇ ਵਿੱਚ ਐਕਟਿਵ ਲਰਨਿੰਗ ਨੂੰ ਪੈਸਿਵ ਲਰਨਿੰਗ ਨਾਲੋਂ ਮਹੱਤਵ ਦਿੱਤਾ ਗਿਆ ਹੈ। ਲਰਨਿੰਗ ਟੇਕਸ ਪਲੇਸ ਬੈਸਟ ਇਨ ਕਮਿਊਨਿਟੀਜ਼ ਆਫ ਲਰਨਰਸ, ਦੈਟ ਇਜ਼ ਅ ਗਰੁੱਪ ਆਫ ਸੋਸ਼ਲ ਸਿਚੁਏਸ਼ਨਸ। ਇਹ ਲਰਨਿੰਗ ਕਿੱਥੇ ਹੁੰਦੀ ਹੈ, ਇਸ ਤਰ੍ਹਾਂ ਦੇ ਗਰੁੱਪ ਦੇ ਵਿੱਚ ਹੁੰਦੀ ਹੈ ਜਿੱਥੇ ਸਾਰੇ ਸਿੱਖਣਾ ਚਾਹੁੰਦੇ ਨੇ। ਅਸੀਂ ਉਸ ਨੂੰ ਲਰਨਰਸ ਦੀ ਕਮਿਊਨਿਟੀ ਬੋਲ ਦਿੰਦੇ ਹਾਂ। ਤਾਂ ਇਸ ਦੇ ਵਿੱਚ ਸਾਰੇ ਜਿਹੜੇ ਲੋਕ ਨੇ ਉਹ ਸਿੱਖਣਾ ਚਾਹੁੰਦੇ ਨੇ। ਇਹ ਇੱਥੇ ਹੀ ਵਾਪਰਦੀ ਹੈ ਲਰਨਿੰਗ। ਮੀਨਿੰਗਫੁਲ ਲਰਨਿੰਗ ਅਕਰਸ ਵਿਦਿਨ ਅਥੈਂਟਿਕ ਲਰਨਿੰਗ ਟਾਸਕ। ਜਿਹੜੀ ਅਰਥ ਭਰਪੂਰ ਸਿੱਖਣਾ ਹੈ ਉਹ ਕਿੱਥੇ ਵਾਪਰਦਾ ਹੈ, ਅਥੈਂਟਿਕ ਲਰਨਿੰਗ ਟਾਸਕ ਹੁੰਦੀਆਂ ਨੇ ਜਦੋਂ ਸਾਨੂੰ ਇਸ ਤਰ੍ਹਾਂ ਦੇ ਤਜਰਬੇ ਮਿਲਦੇ ਨੇ ਜਿਹਦੇ ਵਿੱਚ ਅਥੈਂਟਿਕ ਮੀਨਜ਼ ਰੀਅਲ, ਜੈਨੂਅਨ,
ਰੀਅਲ ਲਰਨਿੰਗ ਹੁੰਦੀ ਹੈ, ਐਕੂਰੇਟ ਲਰਨਿੰਗ ਹੁੰਦੀ ਹੈ ਸਾਡੀ। ਜਦੋਂ ਇਸ ਤਰ੍ਹਾਂ ਦੀਆਂ ਸਥਿਤੀਆਂ ਮਿਲਦੀਆਂ ਨੇ ਸਾਨੂੰ ਲਾਈਫ ਦੇ ਵਿੱਚ, ਤਾਂ ਸਾਡੀ ਲਰਨਿੰਗ ਆ ਜਿਹੜੀ ਉਹ ਮੀਨਿੰਗਫੁਲ ਹੁੰਦੀ ਹੈ। Learners should relate new information to that which they already have through bridging। ਇਹਦੇ ਵਿੱਚ ਲਰਨਰ ਉਹ ਸਿੱਖਿਆਰਥੀ ਉਹ ਜਿਹੜਾ ਆਪਣਾ ਪੁਰਾਣਾ ਐਕਸਪੀਰੀਅੰਸ ਆ ਨਵੀਂ ਇਨਫੋਰਮੇਸ਼ਨ ਨਾਲ ਜੋੜ ਸਕਦੇ ਨੇ, ਜਾਂ ਇਹ ਕਹਿ ਲਓ ਕਿ ਤਜਰਬੇ ਅਤੇ ਤਜਰਬੇ ਇਕੱਠੇ ਕਰਦੇ ਨੇ ਅਤੇ ਨਾਲ ਦੂਸਰੇ ਨਵੇਂ ਤਜਰਬਿਆਂ ਦੇ ਨਾਲ ਪਿਛਲਿਆਂ ਨੂੰ ਰਿਲੇਟ ਕਰਦੇ ਜਾਂਦੇ ਨੇ। ਇਹਦੀ ਕਰੈਕਟਰਿਸਟਿਕ ਆ। ਬ੍ਰਿਜਿੰਗ ਦਾ ਮਤਲਬ ਇਹ ਆ ਕਿ ਨਿਊ ਐਂਡ ਓਲਡ ਦੇ ਵਿੱਚ ਜਿਹੜਾ ਕੰਮ ਕਰਦਾ ਹੈ ਉਸ ਨੂੰ ਬ੍ਰਿਜਿੰਗ ਬੋਲਦੇ ਨੇ। ਤਾਂ ਕੰਸਟਰਕਟਿਵਿਜ਼ਮ ਦੀ ਇਹ ਵਿਸ਼ੇਸ਼ਤਾ ਹੈ। ਫਿਰ ਹੈਗਾ ਲਰਨਰ ਸ਼ੁੱਡ ਰਿਫਲੈਕਟ ਔਰ ਥਿੰਕ ਅਬਾਊਟ ਵਾਟ ਇਜ਼ ਬੀਇੰਗ ਲਰਨਡ। ਜਿਹੜੇ ਲਰਨਰ ਹੁੰਦੇ ਨੇ, ਸਿੱਖਿਆਰਥੀ ਹੁੰਦੇ ਨੇ, ਉਹ ਇਸ ਦੇ ਵਿੱਚ ਕੀ ਕਰਦੇ ਨੇ, ਉਹਨਾਂ ਦੇ ਵਿੱਚ ਰਿਫਲੈਕਸ਼ਨ ਆਉਂਦੀ ਹੈ ਲਰਨਿੰਗ ਦੀ ਕਿ ਉਹਨਾਂ ਨੇ ਕੀ ਸਿੱਖਿਆ ਹੈ। ਰਾਦਰ ਦੈਨ ਪ੍ਰੈਜ਼ੈਂਟ ਇਨਫੋਰਮੇਸ਼ਨ ਟੂ ਲਰਨਰਸ, ਟੀਚਰਸ ਫੈਸਿਲਿਟੇਟ ਇਟਸ ਐਕੁਜੀਸ਼ਨ। ਲਰਨਰਸ ਨੂੰ ਇਨਫੋਰਮੇਸ਼ਨ ਪ੍ਰੈਜ਼ੈਂਟ ਕਰਨ ਦੇ ਬਦਲੇ ਟੀਚਰਸ ਕੀ ਕਰਦੇ ਨੇ ਇੱਥੇ, ਫੈਸਿਲਿਟੇਟ ਇਟਸ ਐਕੁਜੀਸ਼ਨ। ਇਸ ਨੂੰ ਜਿਹੜੀ ਲਰਨਿੰਗ ਆ ਇਸ ਨੂੰ ਆਸਾਨ ਬਣਾਉਣਾ ਜਾਂ ਗ੍ਰਹਿਣ ਕਰਤਾ। ਐਕੁਜੀਸ਼ਨ ਹੁੰਦਾ ਗ੍ਰਹਿਣ ਕਰਨਾ ਕਿਸੇ ਚੀਜ਼ ਨੂੰ, ਫੈਸਿਲਿਟੇਟ ਹੁੰਦਾ ਆਸਾਨ ਬਣਾਉਣਾ। ਤਾਂ ਅਸੀਂ ਕਹਾਂਗੇ ਕਿ ਟੀਚਰਸ ਇੱਥੇ ਉਹ ਕੰਮ ਕਰਦੇ ਨੇ ਕਿ ਸਿਚੁਏਸ਼ਨਸ ਤੱਕ ਲਰਨਰ ਨੂੰ ਲੈ ਕੇ ਜਾਂਦੇ ਨੇ, ਸਿੱਖਿਆਰਥੀ ਨੂੰ ਇਸ ਤਰ੍ਹਾਂ ਦੀਆਂ ਸਥਿਤੀਆਂ ਤੱਕ ਲੈ ਕੇ ਜਾਂਦੇ ਨੇ ਕਿ ਉਹ ਗਿਆਨ ਗ੍ਰਹਿਣ ਕਰ ਲੈਣ। Teacher must provide learners with scaffolding assistance needed from them to progress। ਜਿਹੜੇ ਟੀਚਰ ਨੇ ਉਹ ਲਰਨਰ ਨੂੰ ਸਕੈਫੋਲਡਿੰਗ ਮੀਨਸ ਟੈਂਪਰੇਰੀ ਅਸਿਸਟੈਂਸ, ਟੈਂਪਰੇਰੀ ਜਿਹੜਾ ਉਹਨਾਂ ਦਾ ਸਾਥ ਦਿੰਦੇ ਨੇ। ਅਧਿਆਪਕ ਸਿੱਖਿਆਰਥੀਆਂ ਦਾ ਟੈਂਪਰੇਰੀ ਸਾਥ ਦਿੰਦੇ ਨੇ, ਜਿਹੜੇ ਸਾਥ ਦੀ ਉਹਨਾਂ ਨੂੰ ਪ੍ਰੋਗਰੈਸ ਕਰਨ ਲਈ ਜ਼ਰੂਰਤ ਹੈ। ਤਾਂ ਅਧਿਆਪਕ ਨੇ ਜਿਹੜੇ ਉਹ ਸਟੂਡੈਂਟਸ ਦਾ ਸਾਥ ਨਿਭਾਉਂਦੇ ਨੇ, ਪਰ ਉਹ ਸਾਰਾ ਕੰਮ ਆਪ ਨਹੀਂ ਕਰਦੇ, ਉਹ ਸਟੂਡੈਂਟਸ ਦੇ ਉੱਤੇ ਛੱਡ ਦਿੰਦੇ ਨੇ ਕਿ ਉਹ ਆਪਣੇ ਐਕਸਪੀਰੀਅੰਸ ਨੇ ਜਿਹੜੇ ਉਹ ਆਪ ਲੈ ਸਕਣ। ਸਟੂਡੈਂਟਸ ਆਰ ਐਕਸਪੈਕਟਡ ਟੂ ਰਿਜ਼ੋਲਵ what they thought they knew with the new understanding। Students are expected to resolve what they thought they knew with the new understanding। ਦਾ ਮਤਲਬ ਆ ਕਿ ਸਟੂਡੈਂਟਸ ਤੋਂ ਇਹ ਆਸ ਕੀਤੀ ਜਾਂਦੀ ਆ ਕਿ ਉਹ ਕੀ ਸੋਚਦੇ ਨੇ, ਕੀ ਜਾਣਦੇ ਨੇ, ਕੀ ਸਮਝਦੇ ਨੇ, ਉਹ ਸਾਰੀ ਗੱਲ ਨੂੰ ਜਿਹੜੀ ਸਾਰੀ ਗੱਲ ਆ ਉਸ ਨੂੰ ਉਹ ਤਜਰਬਿਆਂ ਦੇ ਵਿੱਚ ਬਦਲਣਗੇ, ਉਹ ਗ੍ਰਹਿਣ ਕਰਨਗੇ ਸਾਰੀ ਚੀਜ਼। Constructivism is a school of thought that emphasizes both on the learner's role in constructing meaning out of their social interactions with environment। ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਹਿੰਦੇ ਹੋਏ, ਸੋਸ਼ਲ ਇੰਟਰੈਕਸ਼ਨਸ ਕਰਦੇ ਹੋਏ ਜਿਹੜੇ ਲਰਨਰਸ ਨੇ ਉਹ ਆਪਣਾ ਸਿਧਾਂਤ ਨੇ ਆਪ ਸਥਾਪਿਤ ਕਰਨਗੇ। ਇਹੀ ਰਚਨਾਤਮਕਵਾਦ ਆ, ਇਹੀ ਕੰਸਟਰਕਟਿਵਿਜ਼ਮ ਆ। ਤਾਂ ਇਹ ਸੀਗੀਆਂ ਇਹਦੀਆਂ ਵਿਸ਼ੇਸ਼ਤਾਵਾਂ। ਕਿੰਨੀ ਤਰ੍ਹਾਂ ਦਾ ਹੁੰਦਾ ਟਾਈਪਸ ਆਫ ਕੰਸਟਰਕਟਿਵਿਜ਼ਮ, ਕਗਨੀਟਿਵ ਅਤੇ ਸੋਸ਼ਲ, ਦੋ ਤਰ੍ਹਾਂ ਦਾ ਅਸੀਂ ਮੰਨਦੇ ਹਾਂ ਇਸ ਨੂੰ। ਕਗਨੀਟਿਵ ਦੇ ਵਿੱਚ ਕੀ ਆ, ਇਟ ਇਜ਼ ਬੇਸਡ ਔਨ ਪਿਆਜੇ ਥਿਊਰੀ। ਜਿਹੜਾ ਕਗਨੀਟਿਵ ਕੰਸਟਰਕਟਿਵਿਜ਼ਮ ਆ ਇਹ ਪਿਆਜੇ ਦੀ ਥਿਊਰੀ ਦੇ ਉੱਤੇ ਬੇਸਡ ਆ। ਲਰਨਰਸ ਸ਼ੁੱਡ ਬੀ ਅਲਾਉਡ to discover principles through their own exploration rather than direct instructions by the teacher। ਇੱਥੇ ਕੀ ਕਰਦੇ ਨੇ ਕਗਨੀਟਿਵ ਕੰਸਟਰਕਟਿਵਿਜ਼ਮ ਵਿੱਚ ਬੱਚੇ ਉਹ ਆਪਣੇ ਐਕਸਪੀਰੀਅੰਸ ਜਾਂ ਆਪਣੇ ਜਿਹੜੇ ਪ੍ਰਿੰਸੀਪਲਸ ਨੇ ਉਹ ਆਪ ਭਾਲਦੇ ਨੇ। ਉਹਨਾਂ ਨੂੰ ਇਹ ਆਗਿਆ ਦਿੱਤੀ ਜਾਂਦੀ ਆ, ਉਹਨਾਂ ਨੂੰ ਖੁੱਲ੍ਹ ਹੁੰਦੀ ਆ ਕਿ ਉਹ ਆਪਣੇ ਸਿਧਾਂਤ ਆਪ ਸਥਾਪਿਤ ਕਰ ਸਕਣ, ਆਪਣੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਫੈਲਾ ਸਕਣ। ਇਸ ਦੇ ਬਦਲੇ ਕਿ ਅਧਿਆਪਕ ਆ ਜਿਹੜਾ ਉਹ ਸਿੱਧੀਆਂ ਇੰਸਟਰਕਸ਼ਨਸ ਉਹਨਾਂ ਨੂੰ ਦੇਵੇ ਕਿ ਇਸ ਤਰ੍ਹਾਂ ਕਰਨਾ ਹੈ, ਬੱਚੇ ਆਪ ਫਾਈਂਡ ਕਰਨ ਕਿ ਉਹਨਾਂ ਨੇ ਕੀ ਕਰਨਾ ਹੈ। ਇਟ ਮੀਨਸ ਟਾਸਕ ਦੇ ਥਰੂ ਬੱਚੇ ਨੇ ਜਿਹੜੇ
ਕੋਈ ਵੀ ਪ੍ਰੋਜੈਕਟ ਦੇ ਥਰੂ ਬੱਚੇ ਆਪਣੇ ਆਪ ਡਿਸਕਵਰ ਕਰਨਗੇ ਕਿ ਕੀ ਉਹਨਾਂ ਨੇ ਕਰਨਾ ਹੈ। ਤਾਂ ਇਹਨੂੰ ਕੋਗਨੀਟਿਵ ਕੰਸਟਰਕਟਿਵਿਜ਼ਮ ਕਹਿੰਦੇ ਨੇ। ਸੋਸ਼ਲ ਕੰਸਟਰਕਟਿਵਿਜ਼ਮ ਵਿੱਚ ਇਟ ਇਜ਼ ਬੇਸਡ ਔਨ ਵਾਈਗੋਟਸਕੀ ਥਿਊਰੀ। ਵਾਈਗੋਟਸਕੀ ਦੀ ਥਿਊਰੀ ਦੇ ਉੱਤੇ ਆਧਾਰਿਤ ਆ, ਉਹ ਪਿਆਜੇ ਦੀ ਥਿਊਰੀ ਦੇ ਉੱਤੇ ਆਧਾਰਿਤ ਸੀਗਾ। ਕੰਸਟਰਕਸ਼ਨ ਆਫ ਨੌਲੇਜ ਇਜ਼ ਸ਼ੇਅਰਡ ਬਾਈ 2 or more people। ਜਿਹੜੀ ਨੌਲੇਜ ਬਣਦੀ ਆ ਉਹ ਕਿਵੇਂ ਬਣਦੀ ਆ? ਇੱਕ ਜਾਂ ਦੋ ਵਿਅਕਤੀਆਂ ਤੋਂ, ਦੋ ਜਾਂ ਦੋ ਤੋਂ ਵੱਧ ਵਿਅਕਤੀ ਜਦੋਂ ਆਪਣੇ ਵਿਚਾਰ ਆਪਸ ਦੇ ਵਿੱਚ ਸ਼ੇਅਰ ਕਰਦੇ ਨੇ ਤਾਂ ਨੌਲੇਜ ਬਣਦੀ ਆ। ਨੌਲੇਜ ਐਗਜ਼ਿਸਟ ਇਨ ਅ ਸੋਸ਼ਲ ਕੰਟੈਕਸਟ ਇਨੀਸ਼ੀਅਲੀ ਸ਼ੇਅਰਡ ਵਿਦ ਅਦਰਸ। ਜਿਹੜੀ ਨੌਲੇਜ ਆ ਉਹ ਕਿੱਥੇ ਰਹਿੰਦੀ ਆ? ਸੋਸ਼ਲ ਸੁਸਾਇਟੀ ਦੇ ਵਿੱਚ ਰਹਿੰਦੀ ਆ, ਜਿੱਥੇ ਬੇਸਿਕ ਤੌਰ ਦੇ ਉੱਤੇ, ਮੁੱਢਲੇ ਤੌਰ ਦੇ ਉੱਤੇ ਇੱਕ ਦੂਜੇ ਨਾਲ ਅਸੀਂ ਇਸ ਨੂੰ ਸ਼ੇਅਰ ਕਰਦੇ ਹਾਂ। ਤਾਂ ਨੌਲੇਜ ਕੀ ਆ? ਸੁਸਾਇਟੀ ਬੇਸਡ ਆ, ਸੁਸਾਇਟੀ ਦੇ ਇੰਟਰੈਕਸ਼ਨਸ ਦੇ ਨਾਲ ਨੌਲੇਜ ਆਉਂਦੀ ਆ। ਇਹ ਹੈਗਾ ਸੋਸ਼ਲ ਕੰਸਟਰਕਟਿਵਿਜ਼ਮ। ਕੋਗਨੀਟਿਵ ਦੇ ਵਿੱਚ ਵਿਅਕਤੀ ਆਪ ਆਪਣੀ ਨੌਲੇਜ ਗ੍ਰਹਿਣ ਕਰਦਾ ਹੈ, ਆਪਣੇ ਆਪ ਜਿਹੜੀ ਐਕਸਪੀਰੀਅੰਸ ਗ੍ਰਹਿਣ ਕਰਦਾ ਹੈ। ਤਾਂ ਦੋਨਾਂ ਦੇ ਵਿੱਚ ਡਿਫਰੈਂਸ ਆ। ਕਈ ਵਾਰੀ ਸ਼ਾਰਟ ਨੋਟ ਆ ਜਾਂਦਾ ਦੋਨਾਂ ਦੇ ਵਿੱਚ ਕੀ ਡਿਫਰੈਂਸ ਆ, ਤਾਂ ਤੁਸੀਂ ਕਰ ਸਕਦੇ ਹੋ। ਅੱਗੇ ਐਕਸਪੋਨੈਂਟਸ ਆਫ ਕੰਸਟਰਕਟਿਵਿਜ਼ਮ। ਇਸ ਦੇ ਮੇਨ ਸਮਰਥਕ ਕਿਹੜੇ ਸਨ? ਜੀਨ ਪਿਆਜੇ, ਜੌਨ ਡੀਵੀ ਤੇ ਵਾਈਗੋਟਸਕੀ। ਤਾਂ ਇਹ ਤਿੰਨ ਮੇਨ ਇਹਦੇ ਜਿਹੜੇ ਸਮਰਥਕ ਸਨ ਜਿਨ੍ਹਾਂ ਨੇ ਇਸ ਸਿਧਾਂਤ ਨੂੰ ਅੱਗੇ ਵਧਾਇਆ ਤੇ ਇਸ ਦਾ ਸਮਰਥਨ ਕੀਤਾ। ਇਹਨਾਂ ਦੇ ਬਾਰੇ ਜਿਹੜਾ ਦਿੱਤਾ ਹੋਇਆ ਤੁਸੀਂ ਇਹ ਪੜ੍ਹ ਸਕਦੇ ਹੋ। The concept of constructivism was given by Piaget in his theory of cognitive development। Cognitive development ਦੀ ਥਿਊਰੀ ਪਿਆਜੇ ਨੇ ਜਿਹੜੀ ਦਿੱਤੀ ਆ, ਉਹਦੇ ਵਿੱਚ ਕੰਸਟਰਕਟਿਵਿਜ਼ਮ ਦਾ ਕੰਸੈਪਟ ਆ ਜਿਹੜਾ ਉਹ ਦਿੱਤਾ ਹੈ। ਹੀ ਡਿਜ਼ਾਈਨ ਅ ਪ੍ਰੋਪਰ ਫਰੇਮਵਰਕ ਟੂ ਅੰਡਰਸਟੈਂਡ ਸਟਰਕਚਰ, ਫੰਕਸ਼ਨਿੰਗ ਐਂਡ ਡਿਵੈਲਪਮੈਂਟ ਆਫ ਦਾ ਕੋਗਨੀਟਿਵ ਨੈਟਵਰਕ ਆਫ ਦਾ ਹਿਊਮਨ ਮਾਈਂਡ ਅਕੋਰਡਿੰਗ ਟੂ ਹਿਮ। ਤਾਂ ਇੱਥੇ ਅਸੀਂ ਕਹਾਂਗੇ ਕਿ ਤਿੰਨ ਜਿਹੜੇ ਸੰਬੰਧ ਸਥਾਪਿਤ ਕੀਤੇ ਗਏ ਨੇ, ਅਸਿਮੀਲੇਸ਼ਨ, ਅਕਮੋਡੇਸ਼ਨ ਐਂਡ ਇਕੁਇਲਿਬ੍ਰੇਸ਼ਨ। ਤਾਂ ਇਕੁਇਲਿਬ੍ਰੇਸ਼ਨ ਦੀ ਸਥਿਤੀ ਉਦੋਂ ਆਊਗੀ ਜਦੋਂ ਇਹਨਾਂ ਦੇ ਦੋਨਾਂ ਦੇ ਵਿੱਚ ਇਕੁਅਲ ਸਥਿਤੀਆਂ ਹੋਣਗੀਆਂ। ਹੁਣ ਅਸੀਂ ਦੇਖਦੇ ਹਾਂ ਅਸਿਮੀਲੇਸ਼ਨ ਕੀ ਹੁੰਦਾ ਹੈ। ਇਟ ਇਜ਼ ਯੂਜ਼ਿੰਗ ਐਨ ਐਗਜ਼ਿਸਟਿੰਗ ਸਕੀਮਾ ਟੂ ਡੀਲ ਵਿਦ ਦਾ ਨਿਊ ਆਬਜੈਕਟ ਔਰ ਸਿਚੁਏਸ਼ਨ। ਇਹ ਕਿਹਦੇ ਨਾਲ ਸੰਬੰਧਿਤ ਆ? ਜਿਹੜੀ ਪਹਿਲਾਂ ਤੋਂ ਬਣੀ ਹੋਈ ਧਾਰਨਾ ਹੈ। ਸਕੀਮਾ ਮੀਨਸ ਸਾਡਾ ਸਟਰਕਚਰ, ਸਾਡੀਆਂ ਥਾਟਸ ਦਾ ਸਟਰਕਚਰ ਅਸੀਂ ਕੀ ਬਣਾ ਰੱਖਿਆ ਹੈ। ਤਾਂ ਇਹ ਜਿਹੜਾ ਪੁਰਾਣੀ ਜਿਹੜੀ ਸਕੀਮਾ ਹੁੰਦੀ ਆ, ਪੁਰਾਣਾ ਢਾਂਚਾ ਹੁੰਦਾ ਜਿਹੜਾ, ਉਹਦੇ ਵਿੱਚ ਅਸੀਂ ਜਦੋਂ ਨਵੀਂ ਸਥਿਤੀ ਜਾਂ ਨਵੀਂ ਚੀਜ਼ ਫਿੱਟ ਕਰ ਦਿੰਦੇ ਆ, ਇਹ ਉਹ ਚੀਜ਼ ਆ। ਅਕਮੋਡੇਸ਼ਨ ਦੇ ਵਿੱਚ ਦਿਸ ਹੈਪਨਸ ਵੈਨ ਦਾ ਐਗਜ਼ਿਸਟਿੰਗ ਸਕੀਮਾ ਔਰ ਨੌਲੇਜ ਡਜ਼ਨਟ ਵਰਕ and need to be changed to deal with the new situation। ਤਾਂ ਇੱਥੇ ਕੀ ਆ? ਜਿਹੜੀ ਪੁਰਾਣੀ ਬਣੀ ਹੋਈ ਸਕੀਮਾਂ ਹੈ, ਸਾਡੀ ਨੌਲੇਜ ਆ, ਗਿਆਨ ਆ, ਢਾਂਚਾ ਹੈ ਸਾਡੀਆਂ ਗੱਲਾਂ ਦਾ, ਡਜ਼ਨਟ ਵਰਕ, ਕੰਮ ਨਹੀਂ ਕਰਦਾ, ਐਂਡ ਨੀਡ ਟੂ ਬੀ ਚੇਂਜਡ, ਅਤੇ ਉਸ ਨੂੰ ਜ਼ਰੂਰਤ ਆ ਚੇਂਜ ਕਰਨ ਦੀ। ਟੂ ਡੀਲ ਵਿਦ ਨਿਊ ਸਿਚੁਏਸ਼ਨਸ, ਨਵੀਆਂ ਸਥਿਤੀਆਂ ਵਿੱਚ ਐਡਜਸਟ ਕਰਨ ਦੀ। ਤਾਂ ਸਾਡੀਆਂ ਜਿਹੜੀ ਅਸਿਮੀਲੇਸ਼ਨ ਆ ਉਹ ਸਾਡਾ ਪੁਰਾਣੇ ਢਾਂਚੇ ਦੇ ਵਿੱਚ ਨਵੀਂ ਸਥਿਤੀ ਫਿੱਟ ਹੋ ਜਾਣਾ ਹੈ। ਜਿਹੜਾ ਅਕਮੋਡੇਸ਼ਨ ਆ ਉਹ ਪੁਰਾਣੇ ਢਾਂਚੇ ਦੇ ਵਿੱਚ ਨਵੀਂ ਸਥਿਤੀ ਦਾ ਨਾ ਫਿੱਟ ਹੋਣਾ ਹੈ। ਇਹਦੇ ਵਿੱਚ ਇਹ ਕਹਿੰਦੇ ਨੇ ਕਿ ਇੱਥੇ ਇਹ ਫਿੱਟ ਨਹੀਂ ਹੁੰਦਾ, ਇੱਥੇ ਨਵਾਂ ਢਾਂਚਾ ਹੈ ਜਿਹੜਾ ਉਹ ਬਣਾਉਣਾ ਪਊਗਾ। ਹੁਣ ਇਹਨਾਂ ਦੋਨਾਂ ਦੇ ਵਿੱਚ ਜਿਹੜੀ ਇਕੁਅਲਾਈਜੇਸ਼ਨ ਆ, ਇਕੁਇਲਿਬ੍ਰੇਸ਼ਨ ਦੀ ਸਥਿਤੀ ਆ, ਉਹ ਕੀ ਕਹਿੰਦੀ ਆ? ਦਿਸ ਇਜ਼ ਦਾ ਸਟੇਟ ਆਫ ਹੈਵਿੰਗ ਨੋ contradiction present in our mental representation of our environment। ਤਾਂ ਇਹ ਕੀ ਕਹਿੰਦੇ ਨੇ ਕਿ ਜਿਹੜੀ ਇਹ ਇਸ ਤਰ੍ਹਾਂ ਦੀ ਸਥਿਤੀ ਹੈ ਜਿਹਦੇ ਵਿੱਚ ਕੋਈ ਵੀ ਦੁਵਿਧਾ, ਕੰਟਰਾਡਿਕਸ਼ਨ ਨੂੰ ਦੁਵਿਧਾ ਕਹਿ ਸਕਦੇ ਹਾਂ ਅਸੀਂ ਪੰਜਾਬੀ ਦੇ ਵਿੱਚ, ਜਾਂ ਦੁਵਿਧਾ ਜਾਂ ਸਾਡੇ ਅੰਦਰ ਜੋ ਵੀ ਕਨਫਲਿਕਟ ਹੁੰਦਾ ਹੈ ਅੰਦਰੋਂ, ਉਹ ਪ੍ਰੈਜ਼ੈਂਟ ਇਨ
ਮੈਂਟਲ ਰਿਪਰੈਜ਼ੈਂਟੇਸ਼ਨ ਆਫ ਆਰ ਇਨਵਾਇਰਮੈਂਟ। ਤਾਂ ਸਾਡੇ ਇਨਵਾਇਰਮੈਂਟ ਦੇ ਨਾਲ ਸਾਡੀ ਮੈਂਟਲ ਜਿਹੜੀ ਸਥਿਤੀ ਆ ਉਸ ਦੇ ਸੰਬੰਧ ਵਿੱਚ ਜੋੜਨਾ, ਤਾਂ ਇਹਨਾਂ ਦੋਨਾਂ ਦੇ ਵਿੱਚ ਬੈਲੈਂਸ ਸਥਾਪਿਤ ਕਰਨਾ, ਇਹ ਚੀਜ਼ ਆ। ਤਾਂ ਪਿਆਜੇ ਨੇ ਇਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਪਿਆਜੇ ਹੋਰ ਕੀ ਕਹਿੰਦਾ ਹੈ, ਚਿਲਡਰਨ ਕੰਸਟਰਕਟ ਦੇਅਰ ਨੌਲੇਜ ਆਫ ਦਾ ਵਰਲਡ ਬਾਈ ਇੰਟਰੈਕਟਿੰਗ ਵਿਦ ਇਟ। ਅਸੀਂ ਕਿਸੇ ਵੀ ਚੀਜ਼ ਦੀ ਨੌਲੇਜ ਲਵਾਂਗੇ, ਬੱਚੇ ਨੇ ਜਿਹੜੇ ਉਹ ਨੌਲੇਜ ਲੈਂਦੇ ਨੇ, ਦੁਨੀਆ ਦੀ ਜਾਣਕਾਰੀ ਲੈਂਦੇ ਨੇ ਇੰਟਰੈਕਟਿੰਗ ਵਿਦ ਇਟ, ਜਦੋਂ ਉਹ ਇਹਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਜਾਂ ਇਸ ਦੇ ਨਾਲ ਇੰਟਰੈਕਸ਼ਨ ਕਰਦੇ ਨੇ, ਗੱਲਬਾਤ ਕਰਦੇ ਨੇ। ਪਿਆਜੇ ਡਿਸਕ੍ਰਾਈਬ 3 essential processes which define the basic the way of which learning takes place। ਤਾਂ ਲਰਨਿੰਗ ਕਿਵੇਂ ਵਾਪਰਦੀ ਆ, ਇਹ ਪ੍ਰੋਸੈਸ ਆ ਜਿਹੜੀ ਉਹ 3 ਅਸੈਂਸ਼ੀਅਲ ਜਿਹੜੇ ਪ੍ਰੋਸੈਸ ਨੇ ਉਹਨਾਂ ਨੂੰ ਡਿਸਕ੍ਰਾਈਬ ਕੀਤਾ ਇਸ ਨੇ। ਨੰਬਰ 1 ਤੇ ਹੈਗਾ ਆਲ ਨੌਲੇਜ ਇਜ਼ ਕੰਸਟਰਕਟਡ ਐਂਡ ਆਲ ਲਰਨਿੰਗ ਇਜ਼ ਪ੍ਰੋਸੈਸ ਆਫ ਦੈਟ ਕੰਸਟਰਕਸ਼ਨ। ਹਰੇਕ ਨੌਲੇਜ, ਹਰੇਕ ਗਿਆਨ, ਸਾਰਾ ਗਿਆਨ ਬਣਾਇਆ ਜਾਂਦਾ ਏ, ਤੇ ਸਾਰਾ ਗਿਆਨ ਆ ਜਿਹੜਾ ਉਹ ਇੱਕ ਇੱਕ ਪ੍ਰਕਿਰਿਆ ਦੇ ਵਿੱਚ ਅਸੀਂ ਕਹਿੰਦੇ ਇੱਕ ਢਾਂਚੇ ਦੇ ਵਿੱਚ ਫਿੱਟ ਕੀਤਾ ਜਾਂਦਾ ਹੈ, ਇੱਕ ਫਰੇਮਵਰਕ ਦੇ ਵਿੱਚ ਫਿੱਟ ਕੀਤਾ ਜਾਂਦਾ ਹੈ। ਨੌਲੇਜ ਬਣਾਈ ਜਾਂਦੀ ਆ, ਗਿਆਨ ਬਣਾਇਆ ਜਾਂਦਾ ਤੇ ਉਸ ਨੂੰ ਇੱਕ ਢਾਂਚੇ ਦੇ ਵਿੱਚ ਫਿੱਟ ਕੀਤਾ ਜਾਂਦਾ ਹੈ। ਇੰਡੀਵਿਜੂਅਲਸ ਕੰਸਟਰਕਟ ਨੌਲੇਜ ਐਜ਼ ਅ ਪਾਰਟ ਆਫ ਕਮਿਊਨਿਟੀ। ਜਿਹੜਾ ਮਨੁੱਖ ਆ ਜਾਂ ਜਿਹੜੇ ਵਿਅਕਤੀ ਨੇ ਉਹ ਆਪਣੀ ਨੌਲੇਜ ਕਮਿਊਨਿਟੀ ਦਾ ਪਾਰਟ ਹੋਣ ਦੇ ਵਜੋਂ ਬਣਾਉਂਦੇ ਨੇ। ਬਟ ਈਚ ਹੈਜ਼ ਹੀਜ਼ ਔਰ ਹਰ ਓਨ ਇਨਵਿਜ਼ੀਬਲ ਵਰਲਡ। ਪਰ ਸਭ ਦਾ ਆਪਣਾ ਆਪਣਾ ਸੰਸਾਰ ਆ, ਮੀਨਜ਼ ਕਲਪਨਾ ਦਾ ਸੰਸਾਰ ਆ, ਦੁਨੀਆ ਏ ਜਿਹਨੂੰ ਅਸੀਂ ਆਪਣੀ ਨਜ਼ਰ ਨਾਲ ਦੇਖਦੇ ਹਾਂ, ਤਾਂ ਪਰ ਸਾਡੀ ਨਜ਼ਰ ਆ ਜਿਹੜੀ ਸਾਡੀ ਆਪਣੀ ਆਪਣੀ ਆ। ਦੈਟ ਹੀ ਔਰ ਸ਼ੀ ਬਿਲੀਵਸ ਇਜ਼ ਦ ਸੇਮ ਐਜ਼ ਐਵਰੀਵਨ ਐਲਸ। ਅਸੀਂ ਇੱਕ ਦੂਜੇ ਤੋਂ ਭਿੰਨ ਵੀ ਸੋਚ ਸਕਦੇ ਹਾਂ, ਅਸੀਂ ਇੱਕ ਦੂਜੇ ਦੇ ਮੁਤਾਬਕ ਵੀ ਸੋਚ ਸਕਦੇ ਹਾਂ। ਤਾਂ ਅਸੀਂ ਆਪਣਾ ਜਿਹੜੀ ਨੌਲੇਜ ਆ ਉਸ ਨੂੰ ਆਪ ਕੰਸਟਰਕਟ ਕਰਦੇ ਹਾਂ ਕਮਿਊਨਿਟੀ ਦੇ ਫਰੇਮਵਰਕ ਦੇ ਵਿੱਚ। ਨੌਲੇਜ ਇਜ਼ ਕੰਟੈਂਟ ਡਿਪੈਂਡੈਂਟ। ਨੌਲੇਜ ਜਿਹੜੀ ਆ ਉਹ ਕੰਟੈਂਟ ਦੇ ਉੱਤੇ ਡਿਪੈਂਡ ਕਰਦੀ ਆ। ਸੋ ਇਟ ਇਜ਼ ਇੰਪੋਰਟੈਂਟ ਟੂ ਸਿਚੁਏਟ ਲਰਨਿੰਗ ਇਜ਼ in an authentic, relevant and realistic context. All human learning is constructed in a context where some types of mediational means, tools, signs are used। ਸਾਰੇ ਮਨੁੱਖ ਨੇ ਆਪਣੀ ਨੌਲੇਜ ਨੂੰ ਕੰਸਟਰਕਟ ਕਰਦੇ ਨੇ ਕਿਹਦੇ ਸੰਬੰਧ ਦੇ ਵਿੱਚ, ਜਦੋਂ ਇਕਾਗਰ ਹੁੰਦੇ ਨੇ, ਕੋਈ ਇਸ ਤਰ੍ਹਾਂ ਦੇ ਜਿਹੜੇ ਸਾਈਨ ਹੁੰਦੇ ਨੇ ਜਾਂ ਇਸ ਤਰ੍ਹਾਂ ਦੇ ਸੰਦ ਹੁੰਦੇ ਨੇ ਉਹ ਯੂਜ਼ ਕਰਦੇ ਨੇ ਇਕਾਗਰਚਿਤ ਹੋ ਕੇ। ਲੈਂਗੁਏਜ ਆਲਸੋ ਯੂਜ਼ਡ ਐਜ਼ ਮੈਡੀਟੇਸ਼ਨਲ ਮੀਨਸ ਐਂਡ ਦਿਸ ਕਾਜ਼ ਲਰਨਿੰਗ ਆਫ ਬਿਕਮ ਅ ਸੋਸ਼ਲ ਪ੍ਰੋਸੈਸ। ਤਾਂ ਲੈਂਗੁਏਜ ਵੀ ਇਸ ਲਈ ਜੋੜੀ ਜਾ ਸਕਦੀ ਆ। ਹੁਣ ਇਸ ਨੂੰ ਅਸੀਂ ਅੱਗੇ ਸਮਝਣ ਲਈ ਕਿ ਇਹ ਟਾਈਪਸ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਨੇ ਇਹ ਕੀ ਨੇ, ਕੀ ਸਥਿਤੀਆਂ ਨੇ, ਇਹਨਾਂ ਨੂੰ ਸਮਝਣ ਲਈ ਅਸੀਂ ਅੱਗੇ ਥੋੜ੍ਹਾ ਜਿਹਾ ਹੋਰ ਵਰਣਨ ਕਰਾਂਗੇ। ਤੇ ਇਹ ਜਿਹੜਾ ਕੁਐਸਚਨ ਆ ਤੁਹਾਡਾ, ਇਹ ਹੈਗੀ ਕਨਸੈਪਟ ਆ ਇਹ ਕੰਸਟਰਕਟਿਵਿਜ਼ਮ ਦਾ। ਅੱਗੇ ਇਹਦਾ ਸੰਬੰਧ ਅਸੀਂ ਲਰਨਰ ਤੇ ਟੀਚਰ ਨਾਲ ਜੋੜਨਾ ਉਹ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਪਿਆਜੇ ਦਾ ਗਿਆਨ ਤੇ ਸੂਝ-ਬੂਝ ਦੇ ਵਿਕਾਸ ਦਾ ਖੋਜ ਕਾਰਜ ਇਸ ਦ੍ਰਿਸ਼ਟੀਕੋਣ ਤੇ ਆਧਾਰਿਤ ਹੈ ਕਿ ਜਦੋਂ ਕੋਈ ਵੀ ਵਿਅਕਤੀ ਆਪਣੀਆਂ ਗਿਆਨ ਇੰਦਰੀਆਂ ਦੁਆਰਾ ਕੋਈ ਸੂਚਨਾ ਪ੍ਰਾਪਤ ਕਰਦਾ ਹੈ ਤਾਂ ਕੁਝ ਨਿਸ਼ਚਿਤ ਪ੍ਰਕਿਰਿਆਵਾਂ ਅਚੇਤ ਤੌਰ 'ਤੇ ਆਰੰਭ ਹੋ ਜਾਂਦੀਆਂ ਨੇ। ਤੁਸੀਂ ਸੋਚ ਕੇ ਦੇਖੋ ਕਿ ਜਦੋਂ ਵੀ ਕੋਈ ਤੁਸੀਂ ਸੂਚਨਾ ਪ੍ਰਾਪਤ ਕਰਦੇ ਹੋ, ਕੋਈ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਹੈ, ਤਾਂ ਅੰਦਰੋਂ ਪ੍ਰਕਿਰਿਆਵਾਂ ਨੇ ਜਿਹੜੀਆਂ ਆਪਣੇ ਆਪ ਸ਼ੁਰੂ ਹੋ ਜਾਂਦੀਆਂ ਨੇ। ਇਹਨਾਂ ਪ੍ਰਕਿਰਿਆਵਾਂ ਦੀ ਵਿਆਖਿਆ ਕਰਨ ਲਈ ਸਭ ਤੋਂ ਸਰਲ ਤਰੀਕਾ ਇਹ ਹੈ ਕਿ ਇਹਨਾਂ ਸਥਿਤੀਆਂ ਨੂੰ ਵੱਖਰਾ ਕਰਕੇ ਦੇਖਿਆ ਜਾਵੇ ਜਿਨ੍ਹਾਂ ਵਿੱਚ ਸੰਵੇਦੀ ਅਨੁਭਵ ਪ੍ਰਾਪਤ ਹੁੰਦੇ ਹਨ। ਜਿਵੇਂ ਅਸੀਂ ਕਿਸੇ ਨਾਲ ਲੜਾਈ ਝਗੜਾ ਕਰਦੇ ਹਾਂ, ਕੋਈ ਸਾਨੂੰ ਬੈਡ ਐਕਸਪੀਰੀਅੰਸ ਮਿਲਦਾ ਹੈ, ਅਸੀਂ ਕਹਿੰਦੇ ਹਾਂ ਕਿ ਟੈਨਸ਼ਨ ਹੋ ਗਈ, ਤਾਂ ਅਸੀਂ ਦਿਮਾਗ ਦੇ ਵਿੱਚ ਸੋਚਣਾ ਸ਼ੁਰੂ ਕਰ ਦਿੰਦੇ ਹਾਂ, ਉਸ ਤਰ੍ਹਾਂ ਦੀ ਰੂਪਰੇਖਾ ਬਣਾਉਂਦੇ ਹਾਂ ਅਸੀਂ, ਉਸ ਤਰ੍ਹਾਂ ਦਾ ਜਿਹੜੇ ਸਾਡੇ ਇਮੋਸ਼ਨਸ ਨੇ ਉਹ ਦਿਖਾਈ ਦੇਣ ਲੱਗ ਜਾਂਦੇ ਨੇ।
ਤਾਂ ਇਹ ਮਾਨਸਿਕ ਪ੍ਰਕਿਰਿਆਵਾਂ ਦੀ ਜਿਹੜੀ ਰੂਪ ਰੇਖਾ ਹੈ ਉਹ ਤਿਆਰ ਹੋ ਜਾਂਦੀ ਹੈ ਇਹਦੇ ਨਾਲ। ਪਿਆਜੇ ਨੇ 3 ਮੁੱਖ ਪ੍ਰਕਿਰਿਆਵਾਂ ਦਾ ਵਰਣਨ ਕੀਤਾ ਹੈ ਜਿਹੜੀਆਂ ਇਹਨਾਂ ਤਰੀਕਿਆਂ ਨੂੰ ਪ੍ਰਭਾਸ਼ਿਤ ਕਰਦੀਆਂ ਨੇ, ਜਿਨ੍ਹਾਂ ਦੇ ਵਿੱਚ ਜੈਨੇਟਿਕ ਜਿਹੜੀ ਐਪਿਸਟੇਮੋਲੋਜੀ ਆ, ਗਿਆਨ ਮੀਮਾਂਸਾ, ਜਿਹਦੇ ਵਿੱਚ ਸਿੱਖਣ ਪ੍ਰਾਪਤ ਕੀਤਾ ਜਾਂਦਾ ਹੈ। ਇਹਨਾਂ ਪ੍ਰਕਿਰਿਆ ਦਾ ਨਾਂ ਹੈ ਆਤਮਸਾਤੀਕਰਨ, ਅਸਿਮੀਲੇਸ਼ਨ, ਮੇਲ ਮਿਲਾਪ, ਅਮੋਡੇਸ਼ਨ, ਸਮਤੋਲ ਇਕੁਏਸ਼ਨ। ਤਾਂ ਇਹ ਤਿੰਨੇ ਜਿਹੜੀਆਂ ਅਸੀਂ ਕਰੀਆਂ ਹੋਈਆਂ ਨੇ ਪਹਿਲਾਂ, ਇਹਨਾਂ ਨੂੰ ਹੁਣ ਥੋੜ੍ਹਾ ਜਿਹਾ ਹੋਰ ਐਕਸਪਲੇਨ ਕਰਦੇ ਹਾਂ ਅਸੀਂ। ਇਹਨਾਂ ਤਿੰਨਾਂ ਵਿੱਚੋਂ ਸਭ ਤੋਂ ਪਹਿਲੀ ਪ੍ਰਕਿਰਿਆ ਆਤਮਸਾਤੀਕਰਨ ਹੈ। ਇਸ ਦੇ ਅਧੀਨ ਵਰਤਮਾਨ ਗਿਆਨ ਸਰੰਚਨਾ, ਜਿਸ ਨੂੰ ਆਰੇਖ ਆਖਿਆ ਜਾਂਦਾ ਹੈ, ਨਵੇਂ ਗਿਆਨ ਤੇ ਜਾਣਕਾਰੀਆਂ ਨੂੰ ਜੋੜਨਾ ਸ਼ਾਮਲ ਹੈ। ਸਕੀਮਾ ਕੀ ਆ? ਹਰੇਕ ਪ੍ਰਾਣੀ ਜਿਸ ਵਿੱਚ ਚਿੰਤਨ ਸ਼ਕਤੀ ਹੁੰਦੀ ਹੈ, ਨਿਯਮਾਂ ਦਾ ਕੁਝ ਅਜਿਹਾ ਸਮੂਹ ਹੁੰਦਾ ਏ ਜਿਸ ਦੁਆਰਾ ਹਰ ਰੋਜ਼ ਦੇ ਵਾਤਾਵਰਣ ਦੀ ਵਿਆਖਿਆ ਕਰਦਾ ਏ, ਆਪਣੀ ਸੋਚ ਦੇ ਅਨੁਸਾਰ ਵਿਆਖਿਆ ਕਰਦਾ ਏ। ਨਿਯਮਾਂ ਦਾ ਇਹ ਸਮੂਹ ਆ ਜਿਹੜਾ ਇਹੀ ਸਕੀਮਾ ਜਾਂ ਲਿਪੀ, ਸਕ੍ਰਿਪਟ ਵੀ ਕਹਾਉਂਦਾ ਏ। ਆਰੇਖ ਸਕੀਮਾ ਗਿਆਨ ਦਾ ਇਕੱਠਾ ਕੀਤਾ ਹੋਇਆ ਜਾਲ ਆ ਜਿਹੜਾ ਸਾਡੀ ਚਿਰ ਸਥਾਈ ਯਾਦ ਸ਼ਕਤੀ ਵਿੱਚ ਇਕੱਠੇ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਯਾਦ ਕਰ ਸਕਦੇ ਹਾਂ, ਸਮਝ ਸਕਦੇ ਹਾਂ। ਜਿਵੇਂ ਜਿਵੇਂ ਇਹਨਾਂ ਆਰੇਖਾਂ ਦਾ ਨਿਰਮਾਣ ਹੁੰਦਾ ਹੈ, ਇਸ ਵਿੱਚ ਆਪਸੀ ਸੰਬੰਧ ਹੁੰਦਾ ਹੈ, ਉਵੇਂ ਉਵੇਂ ਅਸੀਂ ਆਪਣੇ ਨੇੜੇ ਤੇੜੇ ਦੀ ਦੁਨੀਆ ਨੂੰ ਵਧੇਰੇ ਚੰਗੀ ਤਰ੍ਹਾਂ ਜਾਣਨ ਤੇ ਸਮਝਣ ਲੱਗਦੇ ਹਾਂ। ਜਿਹੜੇ ਆਰੇਖ ਨੇ ਗਿਆਨ ਨੂੰ ਧਾਰਨ ਕਰਨ ਤੇ ਉਸ ਨੂੰ ਸੰਗਠਿਤ ਕਰਨ ਲਈ ਇੱਕ ਪ੍ਰਕਾਰ ਦੀ ਗਿਆਨਾਤਮਕ ਰੂਪ ਰੇਖਾ ਕਗਨੀਟਿਵ ਫਰੇਮਵਰਕ ਹੈ। ਆਰੇਖ ਕਿਸੇ ਵਿਅਕਤੀ ਦੁਆਰਾ ਕਿਸੇ ਵਿਸ਼ੇਸ਼ ਕਿਸਮ ਦੇ ਵਿਵਹਾਰ ਦਾ ਪ੍ਰਦਰਸ਼ਨ ਕਰਨ ਦੀ ਯੋਗਤਾ ਗਿਆਨਾਤਮਕ ਸੰਰਚਨਾ ਹੈ। ਪਿਆਜੇ ਨੇ ਇਹਨਾਂ ਯੋਗਤਾਵਾਂ ਨੂੰ ਇਸ ਸਕੀਮਾ ਦਾ ਨਾਂ ਦਿੱਤਾ ਹੈ, ਜਿਸ ਵਿੱਚ ਨਵੀਂ ਜਾਣਕਾਰੀ ਨੂੰ ਮੌਜੂਦ ਮਾਨਸਿਕ ਰੂਪ ਰੇਖਾ ਵਿੱਚ ਸਥਾਪਿਤ ਕਰਨ ਦੀ ਸਾਡੀ ਯੋਗਤਾ ਤੇ ਮੌਜੂਦਾ ਧਾਰਨਾਵਾਂ, ਅਨੇਕਾਂ ਵਿਚਾਰਾਂ, ਰੂਪਾਂ ਅਨੁਸਾਰ ਦੁਨੀਆ ਨੂੰ ਸਮਝਣ ਦੀ ਯੋਗਤਾ ਹੈ। ਜਦੋਂ ਨਵੀਂ ਜਾਣਕਾਰੀ ਦਾ ਪ੍ਰਕਿਰਿਆ ਕਰਨ ਮੀਨਜ਼ ਪ੍ਰੋਸੈਸਿੰਗ ਦੇ ਵਿੱਚ ਨਿਊ ਨੌਲੇਜ ਹੁੰਦੀ ਆ, ਤਾਂ ਇਹ ਦੇਖਿਆ ਜਾਂਦਾ ਹੈ ਕਿ ਮੌਜੂਦਾ ਜਿਹੜੇ ਆਰੇਖ ਨੇ ਜਾਂ ਸਕੀਮਾਂ ਹੈ ਜਾਂ ਫਰੇਮਵਰਕ ਉਹਦੇ ਵਿੱਚ ਫਿੱਟ ਬੈਠਦੀ ਹੈ ਜਾਂ ਨਹੀਂ ਬੈਠਦੀ। ਕਈ ਸਥਿਤੀਆਂ ਵਿੱਚ ਨਵੀਂ ਜਾਣਕਾਰੀ ਫਿੱਟ ਬੈਠਦੀ ਹੈ, ਕਈਆਂ ਦੇ ਵਿੱਚ ਪੁਰਾਣੀ ਹੀ ਫਿੱਟ ਬੈਠ ਜਾਂਦੀ ਹੈ। ਅਸੀਂ ਇਹ ਚੀਜ਼ ਪਹਿਲਾਂ ਵੀ ਕਰਕੇ ਚੁੱਕੇ ਹਾਂ, ਤਾਂ ਉਹੀ ਆ, ਇਹ ਪੰਜਾਬੀ ਦੇ ਵਿੱਚ ਦਿੱਤੀ ਹੋਈ ਆ ਤੁਹਾਨੂੰ ਕਿ ਇਸ ਤਰ੍ਹਾਂ ਦੀਆਂ ਸਥਿਤੀਆਂ ਹੁੰਦੀਆਂ ਨੇ ਜਿਹਦੇ ਵਿੱਚ ਅਸੀਂ ਪਹਿਲਾਂ ਤੋਂ ਮੌਜੂਦ ਜਿਹੜੀ ਜਾਣਕਾਰੀ ਆ ਉਸ ਦੇ ਫਿੱਟ ਫਰੇਮ ਦੇ ਵਿੱਚ ਮੌਜੂਦਾ ਜਾਣਕਾਰੀ, ਨਵੀਂ ਜਾਣਕਾਰੀ ਨੂੰ ਫਿੱਟ ਕਰਾਂਗੇ। ਇੱਕ ਜਿਹੜੀ ਆ ਉਹ ਨਵੀਂ ਜਾਣਕਾਰੀ ਪੁਰਾਣੀ ਜਾਣਕਾਰੀ ਦੇ ਵਿੱਚ ਫਿੱਟ ਨਹੀਂ ਹੁੰਦੀ, ਜਾਂ ਪੁਰਾਣਾ ਗਿਆਨ ਆ ਜਿਹੜਾ ਉਹ ਹੋਰ ਸਥਿਤੀਆਂ ਦਾ ਹੁੰਦਾ, ਨਵਾਂ ਗਿਆਨ ਹੋਰ ਸਥਿਤੀਆਂ ਦਾ ਹੁੰਦਾ ਹੈ। ਤਾਂ ਇਸ ਤਰ੍ਹਾਂ ਨਾਲ ਦੋ ਸਥਿਤੀਆਂ ਪੈਦਾ ਹੁੰਦੀਆਂ ਨੇ ਜਿਹਦੇ ਵਿੱਚ ਅਸਿਮੀਲੇਸ਼ਨ ਆ, ਨਵੀਆਂ ਜਾਣਕਾਰੀ ਨੂੰ ਇਕੱਠਾ ਕਰਨਾ ਤੇ ਉਹਨਾਂ ਦਾ ਵਰਗੀਕਰਨ ਕਰਨਾ। ਆਰੇਖ ਵਿੱਚ, ਜਿਹਨੂੰ ਅਸੀਂ ਸਕੀਮਾ ਬੋਲਦੇ ਹਾਂ, ਗਿਆਨ ਦੀਆਂ ਵੱਖ-ਵੱਖ ਇਕਾਈਆਂ ਹੁੰਦੀਆਂ ਹਨ ਜਿਹੜੀ ਕੇਂਦਰੀ ਸਾਰ ਦੁਆਰਾ ਆਪਸ ਵਿੱਚ ਜੁੜੀਆਂ ਹੋਈਆਂ ਹੁੰਦੀਆਂ ਹਨ। ਜਦੋਂ ਕੋਈ ਵੀ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਮੌਜੂਦਾ ਆਰੇਖ ਨੇ ਜਿਹੜਾ ਫਰੇਮਵਰਕ ਆ ਜਿਸ ਦਾ ਆਤਮ ਸਾਤੀਕਰਨ ਹੋ ਚੁੱਕਿਆ, ਮੀਨਜ਼ ਫੈਮਲੀਅਰ ਹੋ ਚੁੱਕਿਆ ਨਵੀਂ ਜਾਣਕਾਰੀ ਦੇ, ਉਹਦੇ ਵਿੱਚ ਸ਼ਾਮਿਲ ਹੋ ਜਾਂਦੀ ਆ। ਨਵੀਂ ਵਿਸ਼ਾ ਸਮੱਗਰੀ ਦੇ ਨਾਲ ਆਤਮ ਸਾਤੀ ਕਰਨਾ ਕੇਵਲ ਤਦ ਹੀ ਸੰਭਵ ਹੁੰਦਾ ਜਦੋਂ ਪਹਿਲਾਂ ਤੋਂ ਮੌਜੂਦ ਆਰੇਖ ਆ ਜਿਹੜਾ ਉਹ ਜਾਣਕਾਰੀਆਂ ਦਾ ਆਪਸੀ ਵਿਰੋਧ ਪੈਦਾ ਨਾ ਹੋਵੇ। ਮੀਨਜ਼ ਜਿਹੜੀ ਜਾਣਕਾਰੀ ਸਾਨੂੰ ਪਹਿਲਾਂ ਹੈਗੀ ਆ, ਜਦੋਂ ਸਾਡੀ ਨਵੀਂ ਜਾਣਕਾਰੀ ਆਉਂਦੀ ਆ, ਦੋਨਾਂ ਦੇ ਵਿੱਚ ਆਪਸ ਦੇ ਵਿੱਚ ਵਿਰੋਧ ਨਾ ਹੋਵੇ ਤਾਂ ਅਸੀਂ ਇੱਕ ਐਕਸਪੀਰੀਅੰਸ ਬਣਾ ਲੈਂਦੇ ਹਾਂ। ਅਸੀਂ ਐਕਸਪੀਰੀਅੰਸ ਜਾਣਕਾਰੀਆਂ ਇਕੱਠੀਆਂ ਕਰਕੇ ਹੀ ਬਣਾਉਂਦੇ ਹਾਂ। ਅਸੀਂ ਕਿਸੇ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਬਣਾਉਂਦੇ ਹਾਂ, ਸੋਚ, ਪੁਆਇੰਟ ਆਫ ਵਿਊ ਅਸੀਂ ਬਣਾਉਂਦੇ ਹਾਂ, ਤਾਂ ਉਹ ਸਾਰਾ ਸਾਡਾ ਇਸ ਢਾਂਚੇ ਦੇ ਵਿੱਚ ਹੀ ਕਹਿੰਦੇ ਆ ਅਸੀਂ ਜੁੜ ਜਾਂਦਾ ਏ। ਅਸੀਂ ਹਰੇਕ ਜਾਣਕਾਰੀ ਨੂੰ ਅੱਗੇ ਦੀ ਅੱਗੇ ਬਣਾ ਕੇ ਇੱਕ ਨਵਾਂ ਜਿਹੜਾ ਢਾਂਚਾ ਇਹ ਤਿਆਰ ਕਰ ਲੈਂਦੇ ਹਾਂ। ਫਿਰ ਇਹਨੂੰ ਅਸਿਮੀਲੇਸ਼ਨ ਬੋਲਦੇ ਨੇ। ਅੱਗੇ ਜਿਹੜੀ ਇਹ ਪ੍ਰਕਿਰਿਆ ਇਹ ਆਪਸ 'ਚ ਤਿੰਨੇ ਕਨੈਕਟਡ ਨੇ। ਸਕੀਮਾ, ਅਸਿਮੀਲੇਸ਼ਨ, ਅਕੋਮੋਡੇਸ਼ਨ ਦੇ ਵਿੱਚ ਜਿਹੜੀ ਪ੍ਰਕਿਰਿਆ ਹੈ ਕਈ ਜਾਣਕਾਰੀਆਂ ਤੇ ਅਨੁਭਵਾਂ ਦੇ ਨਤੀਜੇ ਵਜੋਂ ਗਿਆਨ ਸੰਰਚਨਾ ਵਿੱਚ ਬਦਲਾਅ ਕਰਨਾ ਸ਼ਾਮਿਲ ਹੈ। ਸਾਡੀਆਂ ਆਪਣੀਆਂ ਧਾਰਨਾਵਾਂ ਜਾਂ ਮਾਨਸਿਕ ਰੂਪ ਰੇਖਾ ਨੂੰ ਬਾਹਰਲੇ ਜਗਤ
ਦੀਆਂ ਨਵੀਆਂ ਜਾਣਕਾਰੀ ਅਨੁਸਾਰ ਬਦਲਾਅ ਕਰਨਾ ਸਾਡੀ ਸਧਾਰਨ ਪ੍ਰਕਿਰਤੀ ਹੈ। ਜਦੋਂ ਅਸੀਂ ਪੁਰਾਣਾ ਐਕਸਪੀਰੀਅੰਸ ਮਿਟਾ ਦਿੰਦੇ ਹਾਂ, ਦੂਸਰਾ ਨਵਾਂ ਵਿੱਚ ਰੱਖ ਲੈਂਦੇ ਹਾਂ, ਉਸ ਨੂੰ ਅਕਮੋਡੇਸ਼ਨ ਕਿਹਾ ਜਾਂਦਾ ਹੈ। ਪਿਆਜੇ ਦਾ ਇਹ ਵਿਸ਼ਵਾਸ ਹੈ ਕਿ ਦੋਵੇਂ ਪ੍ਰਕਿਰਿਆਵਾਂ ਦਾ ਆਪਸੀ ਤਣਾਅ ਹੀ ਗਿਆਨਾਤਮਕ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਉਸ ਦੇ ਅਨੁਸਾਰ ਜਿਵੇਂ ਜਿਵੇਂ ਬਦਲਾਅ ਆਉਂਦੇ ਹਨ, ਬੱਚੇ ਆਪਣੇ ਨੇੜੇ ਤੇੜੇ ਦੀਆਂ ਪੇਚੀਦਾ ਦੁਨੀਆ ਨੂੰ ਸਮਝਣ ਵਿੱਚ ਮੁਕੰਮਲ ਤੌਰ 'ਤੇ ਯਤਨ ਕਰਦੇ ਹਨ। ਜਦੋਂ ਅਸੀਂ ਇੱਕ ਸਥਿਤੀ ਦੇ ਵਿੱਚ ਦੀ ਹੋਰ ਅਨੁਭਵ ਲੈ ਲੈਂਦੇ ਹਾਂ, ਦੂਜੀ ਸਥਿਤੀ ਸਾਡੀ ਆਉਂਦੀ, ਉਹਦੇ 'ਚ ਸਾਨੂੰ ਹੋਰ ਅਨੁਭਵ ਮਿਲ ਜਾਂਦਾ ਹੈ, ਤਾਂ ਸਾਡੇ ਮਨ ਦੇ ਅੰਦਰ ਉਤਰਾਅ ਚੜ੍ਹਾਅ ਆਉਂਦੇ ਨੇ ਅਤੇ ਆਪਸ ਦੇ ਵਿੱਚ ਸਾਡੇ ਮਨ ਦੇ ਵਿੱਚ ਤਣਾਅ ਹੁੰਦਾ ਹੈ ਕਿ ਕਿਹੜੀ ਸਥਿਤੀ ਸਹੀ ਹੈ, ਕਿਹੜੀ ਗਲਤ ਆ। ਤਾਂ ਇਸੇ ਤਣਾਅ ਦੀ ਸਥਿਤੀ ਦੇ ਵਿੱਚ ਹੀ ਅਸੀਂ ਸਿੱਖਣ ਦਾ ਯਤਨ ਕਰਦੇ ਹਾਂ। ਅੱਗੇ ਸਮਤੋਲ ਦੀ ਸਥਿਤੀ ਆ, ਇਹਦੇ ਵਿੱਚ ਵੀ ਅਸੀਂ ਪਹਿਲਾਂ ਕੀਤਾ ਹੈ ਕਿ ਆਪਣੇ ਜਿਸ ਵੀ ਸਾਡੇ ਮਨ ਵਿੱਚ ਆਪਣੇ ਵਾਤਾਵਰਨ ਪ੍ਰਤੀ ਕੋਈ ਵਿਰੋਧ ਨਹੀਂ ਆਉਂਦਾ। ਆਤਮ ਸਾਥੀ ਅਤੇ ਅਕਮੋਡੇਸ਼ਨ, ਮੇਲ ਮਿਲਾਪ ਉਹ ਸਾਧਨ ਨੇ ਜਿਨ੍ਹਾਂ ਦੁਆਰਾ ਸੰਤੁਲਨ ਦੀ ਸਥਿਤੀ ਅਕਸਰ ਕੀਤੀ ਜਾਂਦੀ ਹੈ। ਸੰਤੁਲਨ ਉਹ ਸਾਧਨ ਹੈ ਜਿਸ ਦੁਆਰਾ ਸੰਤੁਲਨ ਦੀ ਸਥਿਤੀ ਪ੍ਰਾਪਤ ਕੀਤੀ ਜਾਂਦੀ ਹੈ। ਇਹਦੇ ਵਿੱਚ 3 ਗੱਲਾਂ ਸ਼ਾਮਿਲ ਨੇ, ਇਹ ਵੀ ਅਸੀਂ ਕੀਤੀਆਂ ਨੇ। ਪੰਜਾਬੀ ਦੇ ਵਿੱਚ ਤੁਸੀਂ ਕਰ ਸਕਦੇ ਹੋ ਇਹਨਾਂ ਨੂੰ, ਇੰਗਲਿਸ਼ 'ਚ ਅਸੀਂ ਕਰ ਚੁੱਕੇ। ਅਸੀਂ ਆਪਣੇ ਵਿਚਾਰ ਰੂਪਾਂ ਪ੍ਰਤੀ ਸੰਤੁਸ਼ਟ ਹੁੰਦੇ ਹਾਂ। ਅਜਿਹਾ ਕਿਹਾ ਜਾ ਸਕਦਾ ਹੈ ਅਸੀਂ ਸੰਤੁਲਨ ਦੀ ਸਥਿਤੀ ਵਿੱਚ ਹਾਂ। ਜਦੋਂ ਅਸੀਂ ਸੈਟਿਸਫਾਈ ਹੁੰਦੇ ਹਾਂ ਤਾਂ ਸਾਡੀ ਸਥਿਤੀ ਸੰਤੁਲਨ ਦੀ ਹੁੰਦੀ ਆ। ਜੇ ਸਾਨੂੰ ਆਪਣੇ ਵਿਚਾਰਾਂ ਵਿੱਚ ਕਿਸੇ ਘਾਟ ਜਾਂ ਆਪਸੀ ਵਿਰੋਧ ਦੀ ਜਾਣਕਾਰੀ ਮਿਲੇ ਤਾਂ ਅਸੀਂ ਅਸੰਤੁਸ਼ਟ ਹੋ ਜਾਂਦੇ ਹਾਂ, ਤਾਂ ਇਹ ਸਥਿਤੀ ਹੈ ਜਿਹੜੀ ਉਹ ਅਸੰਤੁਲਨ ਦੀ ਸਥਿਤੀ ਹੁੰਦੀ ਆ। ਅਸੀਂ ਜ਼ਿਆਦਾ ਵਿਵੇਕਪੂਰਨ ਵਿਚਾਰ ਵੱਲ ਵੱਧਦੇ ਹਾਂ। ਅਸੀਂ ਪਿਛਲੇ ਵਿਰੋਧਾਂ ਨੂੰ ਖਤਮ ਕਰਕੇ ਮੁੜ ਸੰਤੁਲਨ ਦੀ ਸਥਿਤੀ ਵਿੱਚ ਆ ਜਾਂਦੇ ਹਾਂ। ਤਾਂ ਅਸੀਂ ਆਪਣੇ ਅੰਦਰ ਦੇ ਕਨਫਲਿਕਟ ਨੇ ਜਿਹੜੇ ਉਹ ਦੂਰ ਕਰਕੇ ਅਸੀਂ ਫਿਰ ਇਕੁਇਲਿਬ੍ਰੇਸ਼ਨ ਦੀ ਸਥਿਤੀ ਦੇ ਵਿੱਚ ਆਉਂਦੇ ਹਾਂ, ਸੰਤੁਲਨ ਦੀ ਸਥਿਤੀ ਦੇ ਵਿੱਚ ਆਉਂਦੇ ਹਾਂ। ਤਾਂ ਇਹ ਸੀਗੀ ਤੁਹਾਡੀ ਰਚਨਾਤਮਕਤਾਵਾਦ, ਕੰਸਟਰਕਟਿਵਿਜ਼ਮ। ਇਹ ਇੰਪੋਰਟੈਂਟ ਥਿਊਰੀ ਆ। ਅੱਗੇ ਦੇ ਕੁਐਸਚਨ ਨੇ ਜਿਹੜੇ ਉਹ ਅੱਗੇ ਅਸੀਂ ਕਰਾਂਗੇ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਓਕੇ, ਥੈਂਕਸ।